ਸਤਿ ਸ਼੍ਰੀ ਅਕਾਲ ਪੀਐਨਸੀਐਨ ਦੇਖ ਰਹੇ ਤੁਸੀਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ 2 ਨਵੇਂ ਪ੍ਰੋਗਰਾਮ ਲਾਂਚ ਕਰਨ ਦਾ ਐਲਾਨ ਕੀਤਾ ਹੈ ਜੋ ਯੂਕਰੇਨ ਤੋਂ ਆਉਣ ਵਾਲਿਆਂ ਦੇ ਲਈ ਨੇ। ਇਸ ਦੇ ਬਾਰੇ ਖਬਰਾਂ ਵਿੱਚ ਦੱਸਾਂਗੇ। ਟੀਆਰ ਟੂ ਪੀਆਰ ਰਾਹੀਂ ਫਾਈਲਾਂ ਜਿਨ੍ਹਾਂ ਦੀਆਂ ਲੱਗੀਆਂ ਹੋਈਆਂ ਨੇ ਉਹਨਾਂ ਦੀ ਪ੍ਰਕਿਰਿਆ ਚੱਲ ਰਹੀ ਹੋਣ ਦੇ ਬਾਰੇ ਜਾਣਕਾਰੀ। ਕੈਨੇਡਾ ਵਿੱਚ ਦਾਖਲ ਹੋਣ ਵਾਲਿਆਂ ਦੇ ਲਈ ਫਰਵਰੀ 28 ਤੋਂ ਬਾਅਦ ਜੋ ਨਵੇਂ ਬਦਲਾਅ ਹੋਏ ਸਨ ਉਹਨਾਂ ਦੇ ਬਾਰੇ ਵੀ ਦੱਸਾਂਗੇ। ਮਾਰਚ ਮਹੀਨੇ ਨੂੰ ਕੈਨੇਡਾ ਵਿੱਚ ਕਿਸ ਟੀਚੇ ਤਹਿਤ ਮਨਾਇਆ ਜਾ ਰਿਹਾ ਹੈ ਇਸ ਦੇ ਬਾਰੇ ਵੀ ਦਵਾਂਗੇ ਜਾਣਕਾਰੀ। ਕੈਨੇਡਾ ਬਾਰਡਰ ਰਾਹੀਂ ਆਈ 1.5 ਟਨ ਤੋਂ ਜ਼ਿਆਦਾ ਕੋਕੇਨ ਬਰਾਮਦ ਤੇ 6 ਗ੍ਰਿਫਤਾਰੀਆਂ। ਕੈਲਗਰੀ ਵਿੱਚ ਕੰਮ ਉੱਤੇ ਇੱਕ ਕਾਮੇ ਨਾਲ ਵਾਪਰਿਆ ਜਾਨਲੇਵਾ ਹਾਦਸਾ। ਕੈਨੇਡਾ ਸਰਕਾਰ ਨੇ ਵਪਾਰਾਂ ਨੂੰ ਨਵੀਂ ਮਦਦ ਦੇ ਲਈ ਕੀ ਐਲਾਨ ਕੀਤਾ ਹੈ ਜੋ ਉਸ ਦੇ ਬਾਰੇ ਵੀ ਦੱਸਾਂਗੇ। ਇਸ ਦੇ ਨਾਲ ਹੀ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਜਿਵੇਂ ਕਿ ਕੱਲ ਤੁਹਾਨੂੰ ਦੱਸਿਆ ਸੀ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਰਲੀਮੈਂਟ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਨਵੇਂ ਪ੍ਰੋਗਰਾਮਸ ਦੇ ਉੱਤੇ ਕੰਮ ਹੋ ਰਿਹਾ ਹੈ ਇਮੀਗ੍ਰੇਸ਼ਨ ਨਾਲ ਸੰਬੰਧਿਤ, ਜੋ ਕਿ ਯੂਕਰੇਨੀਅਨ ਨੇ ਉਹਨਾਂ ਦੀ ਮਦਦ ਦੇ ਵਾਸਤੇ ਇਹ ਪ੍ਰੋਗਰਾਮ ਛੇਤੀ ਲਿਆਂਦੇ ਜਾਣਗੇ। ਤਾਂ ਉਸ ਦੇ ਬਾਰੇ ਅੱਜ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਐਲਾਨ ਕਰ ਵੀ ਦਿੱਤਾ ਹੈ। 2 ਨਵੇਂ ਪ੍ਰੋਗਰਾਮ ਐਲਾਨੇ ਗਏ ਨੇ ਜਿਸ ਦੇ ਵਿੱਚ ਜੋ ਯੂਕਰੇਨੀਅਨ ਨੇ ਉਹਨਾਂ ਦੇ ਵਾਸਤੇ ਮੌਕਾ ਦਿੱਤਾ ਜਾਵੇਗਾ ਕਿ 2 ਸਾਲ ਦੇ ਵਾਸਤੇ ਉਹਨਾਂ ਨੂੰ ਕੁਝ ਇਸ ਤਰ੍ਹਾਂ ਵੀਜ਼ਾ ਮਿਲੇਗਾ ਕੈਨੇਡਾ ਦਾ ਕਿ ਉਹ ਓਪਨ ਵਰਕ ਪਰਮਿਟ ਵੀ ਲੈ ਸਕਣਗੇ, ਸਟੱਡੀ ਪਰਮਿਟ ਵੀ ਲੈ ਸਕਣਗੇ। ਇਸ ਦੇ ਨਾਲ ਹੀ 2 ਸਾਲ ਤੱਕ ਉਹ ਕੈਨੇਡਾ ਦੇ ਵਿੱਚ ਰਹਿ ਸਕਣਗੇ, ਜਿਸ ਦੇ ਬਾਰੇ ਐਲਾਨ ਕੀਤਾ ਗਿਆ ਹੈ। ਖਾਸ ਤੌਰ ਦੇ ਉੱਤੇ ਯੂਕਰੇਨੀਅਨਸ ਦੇ ਵਾਸਤੇ ਇਹ ਪ੍ਰੋਗਰਾਮ ਹੋਣਗੇ ਜਿਸ ਦੇ ਵਿੱਚ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਹ ਸਥਾਈ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਯੂਕਰੇਨੀਅਨ ਇਸ ਸਮੇਂ ਮਦਦ ਲੈਣ ਦੀ ਕੋਸ਼ਿਸ਼ ਦੇ ਵਿੱਚ ਨੇ ਤੇ ਉਹਨਾਂ ਨੂੰ ਸਹਿਯੋਗ ਦਿੱਤਾ ਜਾਵੇ, ਮਦਦ ਦਿੱਤੀ ਜਾਵੇ। ਪਰ ਇੱਥੇ ਇਹ ਵੀ ਦੱਸਿਆ ਗਿਆ ਹੈ ਕਿ ਇਸ ਦੇ ਵਿੱਚ ਜੋ ਬੈਕਗ੍ਰਾਉਂਡ ਸਕਰੀਨਿੰਗ ਹੈ ਉਹ ਜ਼ਰੂਰ ਹੋਵੇਗੀ ਕਿ ਯੋਗਤਾ ਬੇਸ਼ੱਕ ਘੱਟ ਕਰ ਦਿੱਤੀ ਗਈ ਹੈ, ਕਿ ਸ਼ਰਤਾਂ ਕਾਫੀ ਘੱਟ ਕਰ ਦਿੱਤੀਆਂ ਗਈਆਂ ਨੇ ਵਰਕ ਪਰਮਿਟ ਦੇ ਵਾਸਤੇ, ਸਟੱਡੀ ਪਰਮਿਟ ਦੇ ਵਾਸਤੇ ਤੇ ਕੈਨੇਡਾ ਦੇ ਵੀਜ਼ਾ ਦੇ ਲਈ। ਪਰ ਬੈਕਗ੍ਰਾਉਂਡ ਸਕਰੀਨਿੰਗ ਹੈ ਜੋ ਉਹ ਜ਼ਰੂਰ ਹੋਵੇਗੀ ਤੇ ਇਸ ਦੇ ਵਿੱਚ 1-2 ਸ਼ਰਤਾਂ ਨੇ ਜਿਹੜੀਆਂ ਉਹ ਜ਼ਰੂਰ ਹੋਣਗੀਆਂ। ਬਾਕੀ 2 ਹਫ਼ਤੇ ਦੇ ਵਿੱਚ ਇਸ ਵੀਜ਼ਾ ਦੇ ਵਾਸਤੇ ਅਪਲਾਈ ਕੀਤਾ ਜਾ ਸਕੇਗਾ ਤੇ ਜੋ ਯੂਕਰੇਨੀਅਨ ਨੇ ਉਹ ਕੈਨੇਡਾ ਦੇ ਵਿੱਚ ਆ ਸਕਣਗੇ ਤੇ ਇੱਥੇ ਰਹਿ ਸਕਣਗੇ। ਇਸ ਦੇ ਨਾਲ ਹੀ ਜੋ ਇੱਥੇ ਵਪਾਰ ਨੇ ਤੇ ਵਪਾਰਾਂ ਦੇ ਮਾਲਕ ਨੇ ਉਹਨਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਯੂਕਰੇਨੀਅਨ ਨੇ ਵਰਕ ਪਰਮਿਟ ਦੇ ਉੱਤੇ ਉਹ ਹੋਣਗੇ ਓਪਨ ਵਰਕ ਪਰਮਿਟ ਦੇ ਉੱਤੇ ਤੇ ਉਹਨਾਂ ਨੂੰ ਉਹ ਕੰਮ ਦੇ ਸਕਦੇ ਨੇ ਤੇ ਇੱਥੇ ਆ ਕੇ ਜਿਹੜੇ ਯੂਕਰੇਨੀਅਨ ਨੇ ਉਹ ਕੰਮ ਕਰ ਸਕਦੇ ਨੇ। ਇਸ ਦੇ ਨਾਲ ਹੀ ਜੋ ਵੀਜ਼ਾ ਉਹ ਅਪਲਾਈ ਕਰਨਗੇ ਉਸ ਦੇ ਵਾਸਤੇ ਕੋਈ ਵੀ ਫੀਸ ਵੀ ਨਹੀਂ ਹੋਵੇਗੀ। ਇੱਥੇ ਜ਼ਿਕਰਯੋਗ ਹੈ ਕਿ ਪਹਿਲਾਂ ਜੋ ਅਫਗਾਨਿਸਤਾਨ ਤੋਂ ਆ ਰਹੇ ਸਨ ਉਹਨਾਂ ਦੀ ਮਦਦ ਦੇ ਵਾਸਤੇ ਕਦਮ ਚੁੱਕੇ ਗਏ ਤਾਂ ਉਸ ਮੌਕੇ ਧਿਆਨ ਕੇਂਦਰਿਤ ਉਸ ਦੇ ਉੱਤੇ ਕੀਤਾ ਗਿਆ ਸੀ, ਜਿਸ ਕਰਕੇ ਬਾਕੀ ਕੰਮ ਪ੍ਰਭਾਵਿਤ ਹੋਇਆ ਸੀ। ਤੇ ਇਸ ਸਮੇਂ ਵੀ ਕੁਝ ਅਜਿਹਾ ਹੀ ਹੈ ਕਿ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪਹਿਲ ਦੇ ਆਧਾਰ ਦੇ ਉੱਤੇ ਜੋ ਯੂਕਰੇਨੀਅਨ ਨੇ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਇਮੀਗ੍ਰੇਸ਼ਨ ਦੇ ਕੰਮ ਦਾ ਜੋ ਧਿਆਨ ਹੈ ਉਹ ਕੇਂਦਰਿਤ ਇਸ ਗੱਲ ਦੇ ਉੱਤੇ ਹੈ। ਪਰ ਨਾਲ ਦੀ ਨਾਲ ਹੋਰ ਕੰਮ ਵੀ ਚੱਲ ਰਿਹਾ ਹੈ ਕਿ ਟੀਆਰ ਟੂ ਪੀਆਰ ਦੇ ਵਾਸਤੇ ਵੀ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਉਸ ਦੇ ਵਿੱਚ ਕਈ ਅਰਜ਼ੀ ਧਾਰਕ ਅਜਿਹੇ ਨੇ ਜਿਨ੍ਹਾਂ ਨੂੰ ਹਜੇ ਵੀ AOR ਆ ਰਹੇ ਨੇ। ਪਰ ਬੇਸ਼ੱਕ ਇਹ ਪ੍ਰਕਿਰਿਆ ਇਸ ਸਮੇਂ ਹੌਲੀ ਚੱਲ ਰਹੀ ਹੈ ਕਿ ਜਿਨ੍ਹਾਂ ਦੇ ਹੁਣ ਤੱਕ ਕੋਈ ਵੀ ਜਵਾਬ ਨਹੀਂ ਆਇਆ ਟੀਆਰ ਟੂ ਪੀਆਰ ਪ੍ਰੋਗਰਾਮ ਦੇ ਵਿੱਚ, ਜਿਨ੍ਹਾਂ ਨੂੰ ਉਹਨਾਂ ਨੂੰ ਸਬਰ ਕਰਨ ਦੇ ਵਾਸਤੇ ਹੀ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਤੇ ਨਾਲ ਹੀ ਜੋ ਲੋਕ ਸਭਾ ਮੈਂਬਰ ਨੇ ਉਹਨਾਂ ਨੂੰ ਜੋ ਸਵਾਲ ਵੀ ਪੁੱਛੇ ਜਾਂਦੇ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕੁਝ ਉਸੇ ਤਰ੍ਹਾਂ ਜਿਵੇਂ ਕਿ ਐਕਸਪ੍ਰੈਸ ਐਂਟਰੀ ਦਾ ਕੋਈ ਹੋਰ ਡਰਾਅ ਹਜੇ ਨਹੀਂ ਕੱਢਿਆ ਜਾ ਰਿਹਾ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ, ਸਿਰਫ PNP ਅਪਰੂਵਲ ਵਾਲਿਆਂ ਵਾਸਤੇ ਹੀ ਡਰਾਅ ਕੱਢੇ ਜਾ ਰਹੇ ਨੇ। ਪਰ ਜਿਵੇਂ ਕਿ ਸਬਰ ਕਰਨ ਦੇ ਲਈ ਕਿਹਾ ਜਾ ਰਿਹਾ ਹੈ ਤਾਂ ਨਵੀਆਂ ਤਬਦੀਲੀਆਂ ਦੇ ਨਾਲ ਜੋ ਹੋਰ ਡਰਾਅ ਨੇ ਉਹ ਵੀ ਕੱਢੇ ਜਾ ਸਕਦੇ ਨੇ, ਜਿਸ ਦੇ ਵਿੱਚ ਕੈਨੇਡੀਅਨ ਐਕਸਪੀਰੀਅੰਸ ਕਲਾਸ ਤੇ ਨਾਲ ਹੀ ਜੋ ਫੋਰਨ ਵਰਕਰ ਨੇ ਉਹਨਾਂ ਦੇ ਵਾਸਤੇ ਵੀ ਜਿਹੜਾ ਡਰਾਅ ਹੁੰਦਾ ਹੈ ਉਸ ਦੇ ਲਈ ਵੀ ਛੇਤੀ ਕੋਈ ਐਲਾਨ ਕੀਤਾ ਜਾ ਸਕਦਾ ਹੈ। ਪਰ ਇਸ ਦੇ ਵਾਸਤੇ ਕੋਈ ਸਮਾਂ ਸੀਮਾ ਨਹੀਂ ਦੱਸੀ ਗਈ ਕਿ ਕਦੋਂ ਤੱਕ ਇਸ ਦੇ ਬਾਰੇ ਕੋਈ ਐਲਾਨ ਜਾਂ ਫਿਰ ਇਹ ਡਰਾਅ ਕੱਢਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਹੁਣ ਅਗਲੀ ਖਬਰ ਦੇ ਵੱਲ ਰੁਕ ਕਰਾਂਗੇ। ਜਿਵੇਂ ਕਿ ਟਰੈਵਲ ਨੂੰ ਲੈ ਕੇ ਤਬਦੀਲੀਆਂ ਕੀਤੀਆਂ ਗਈਆਂ ਸਨ, ਨਵੀਆਂ ਤਬਦੀਲੀਆਂ ਲਾਗੂ ਹੋਈਆਂ ਜਿਸ ਦੇ ਵਿੱਚ ਜਿਹੜੇ ਕਿ ਕੈਨੇਡਾ ਵਿੱਚ ਦਾਖਲ ਹੁੰਦੇ ਨੇ ਉਹਨਾਂ ਦੇ ਵਾਸਤੇ ਕੀ ਨੇ ਮੁੱਖ ਗੱਲਾਂ ਤੁਹਾਨੂੰ ਹੁਣ ਦੱਸਾਂਗੇ। ਕੈਨੇਡਾ ਵਿੱਚ ਟਰੈਵਲ ਸੰਬੰਧੀ ਜੋ ਤਬਦੀਲੀਆਂ ਕੀਤੀਆਂ ਗਈਆਂ ਉਸ ਦੇ ਵਿੱਚ COVID-19 ਦਾ ਟੈਸਟ ਕਰਵਾਉਣ ਦੇ ਵਾਸਤੇ ਕਿ ਜਿਹੜੇ ਕੈਨੇਡਾ ਵਿੱਚ ਦਾਖਲ ਹੁੰਦੇ ਨੇ ਉਹਨਾਂ ਦੇ ਲਈ PCR ਟੈਸਟ ਦੀ ਹੁਣ ਜ਼ਰੂਰੀ ਲੋੜ ਨਹੀਂ ਹੈ, ਇਹ ਵੀ ਕਿਹਾ ਗਿਆ। ਪਰ ਇਹ ਵੀ ਹੈ ਕਿ ਤੁਸੀਂ ਜੋ COVID-19 ਦਾ ਰੈਪਿਡ ਟੈਸਟ ਹੁੰਦਾ ਹੈ ਉਹ ਕਰਵਾ ਸਕਦੇ ਹੋ, ਪਰ ਟੈਸਟ ਕਰਵਾਉਣਾ ਜ਼ਰੂਰੀ ਹੈ ਜਿਸ ਦੀ ਰਿਪੋਰਟ ਨੈਗੇਟਿਵ ਦੇਖੀ ਜਾਵੇਗੀ ਜਦੋਂ ਕੈਨੇਡਾ ਵਿੱਚ ਪਹੁੰਚਦੇ ਹੋ। ਜਿਸ ਦੇ ਵਿੱਚ ਇੱਕ ਗੱਲ ਹੋਰ ਹੈ ਕਿ ਜਿਹੜੇ ਫੁੱਲੀ ਵੈਕਸੀਨੇਟਡ ਨੇ ਉਹ 2 ਡੋਜ਼ਿਸ COVID-19 ਦੇ ਟੀਕੇ ਦੀਆਂ ਲਗਵਾ ਚੁੱਕੇ ਹੋਣ, ਜਿਸ ਦੇ ਵਿੱਚ ਜ਼ਰੂਰੀ ਹੈ ਕਿ ਦੂਜੀ ਡੋਜ਼ ਨੂੰ ਲਗਵਾਏ ਹੋਏ ਤੇ ਜਦੋਂ ਤੁਸੀਂ ਟਰੈਵਲ ਕਰਨਾ ਹੈ ਉਸ ਸਮੇਂ ਦਰਮਿਆਨ 14 ਦਿਨ ਤੋਂ ਵੱਧ ਦਾ ਸਮਾਂ ਹੋ ਗਿਆ ਹੋਵੇ ਤੇ ਜੇਕਰ ਤੁਹਾਡਾ ਟੀਕੇ ਲੱਗੇ ਹੋਣ ਦਾ ਸਬੂਤ ਹੈ ਜੋ ਉਹ ਇੰਗਲਿਸ਼ ਜਾਂ ਫ੍ਰੈਂਚ ਤੋਂ ਬਿਨਾਂ ਕਿਸੇ ਹੋਰ ਭਾਸ਼ਾ ਦੇ ਵਿੱਚ ਹੈ ਤਾਂ ਜ਼ਰੂਰੀ ਹੈ ਕਿ ਤੁਸੀਂ ਸਰਟੀਫਾਈਡ ਟਰਾਂਸਲੇਸ਼ਨ ਕਰਵਾਓ ਉਸ ਸਬੂਤ ਦੀ, ਜਿਸ ਨੂੰ ਕਿ ਇੰਗਲਿਸ਼ ਜਾਂ ਫ੍ਰੈਂਚ ਵਿੱਚ ਕਰਵਾਉਣਾ ਜ਼ਰੂਰੀ ਹੈ।
ਉਸੇ ਨੂੰ ਮੰਨਿਆ ਜਾਵੇਗਾ ਜੋ ਕੋਵਿਡ-19 ਦੇ ਟੀਕੇ ਲੱਗੇ ਹੋਣ ਦਾ ਸਬੂਤ ਦਿਖਾਉਂਦੇ ਨੇ ਤੇ ਜਿਨ੍ਹਾਂ ਨੇ ਕੋਵਿਡ-19 ਦੇ ਟੀਕੇ ਨਹੀਂ ਲਗਵਾਏ ਹੋਏ ਤੇ ਉਹ ਕੈਨੇਡੀਅਨ ਸਿਟੀਜ਼ਨ ਜਾਂ PR ਨੇ ਤੇ ਉਹਨਾਂ ਨੇ ਜੇਕਰ ਕੈਨੇਡਾ ਵਿੱਚ ਦਾਖਲ ਹੋਣਾ ਤਾਂ ਉਸ ਸਮੇਂ ਜ਼ਰੂਰੀ ਹੈ ਕਿ ਕੋਵਿਡ-19 ਦਾ PCR ਟੈਸਟ ਕਰਵਾਇਆ ਜਾਵੇ ਤੇ ਕੈਨੇਡਾ ਵਿੱਚ ਆਉਣ ਦੇ ਉੱਤੇ ਵੀ ਉਹਨਾਂ ਨੂੰ ਟੈਸਟ ਕਰਵਾਉਣਾ ਪਵੇਗਾ ਤੇ ਕੁਆਰੰਟਾਈਨ ਵੀ ਕਰਨਾ ਪਵੇਗਾ। ਪਰ ਜੋ ਫੁੱਲੀ ਵੈਕਸੀਨੇਟਡ ਨੇ ਉਹਨਾਂ ਦੇ ਵਾਸਤੇ ਇਹ ਹਦਾਇਤ ਨਹੀਂ ਹੈ। ਤਾਂ ਉਧਰ ਕੈਨੇਡਾ ਤੋਂ ਬਾਰਡਰ ਸਰਵਿਸ ਅਧਿਕਾਰੀਆਂ ਨੇ ਦੱਸਿਆ ਕਿ 1.5 ਟਨ ਤੋਂ ਵੱਧ ਕੋਕੇਨ ਉਹਨਾਂ ਨੇ ਬਰਾਮਦ ਕੀਤੀ ਹੈ। ਇਸ ਦੇ ਬਾਰੇ ਪੂਰੀ ਜਾਣਕਾਰੀ ਜੋ ਸਾਂਝੀ ਕੀਤੀ ਗਈ ਹੈ ਉਸ ਦੇ ਬਾਰੇ ਹੁਣ ਤੁਹਾਨੂੰ ਦੱਸਾਂਗੇ। ਕੈਨੇਡਾ ਬਾਰਡਰ ਸਰਵਿਸ ਅਧਿਕਾਰੀਆਂ ਨੇ ਇੱਕ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹਨਾਂ ਨੇ RCMP ਦੇ ਨਾਲ ਮਿਲ ਕੇ ਇੱਕ ਮਾਮਲੇ ਦੀ ਜਾਂਚ ਕੀਤੀ ਤਾਂ ਕਰੀਬ 1.5 ਟਨ ਤੋਂ ਜ਼ਿਆਦਾ ਕੋਕੇਨ ਸੀਜ਼ ਕੀਤੀ ਗਈ ਹੈ। ਜਨਵਰੀ ਦੀ ਸ਼ੁਰੂਆਤ ਦੇ ਵਿੱਚ ਇਸੇ ਸਾਲ ਜਿਸ ਦੇ ਬਾਰੇ ਦੱਸਿਆ ਗਿਆ ਕਿ ਸੈਂਟ ਜੌਨ ਨਿਊ ਬ੍ਰੰਸਵਿਕ ਦੇ ਵਿੱਚ ਅਧਿਕਾਰੀਆਂ ਨੇ ਇਹ ਕੋਕੇਨ ਸੀਜ਼ ਕੀਤੀ ਹੈ, ਜਿਸ ਦੇ ਵਿੱਚ CBSA ਤੇ RCMP ਮਿਲ ਕੇ ਨਸ਼ਾ ਤਸਕਰੀ ਦੇ ਇੱਕ ਮਾਮਲੇ ਦੀ ਜਾਂਚ ਕਰ ਰਹੇ ਸਨ, ਜਿਸ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਜੋ ਇੱਕ ਕੰਟੇਨਰ ਸਮੁੰਦਰੀ ਰਾਹ ਦੇ ਰਾਹੀਂ ਆਇਆ ਉਸ ਦੇ ਵਿੱਚੋਂ ਇਹ ਕੋਕੇਨ ਬਰਾਮਦ ਕੀਤੀ ਗਈ, ਜੋ ਕਿ ਐਟਲਾਂਟਿਕ ਕੈਨੇਡਾ ਦੇ ਵਿੱਚ ਪਿਛਲੇ 3 ਦਹਾਕਿਆਂ ਦੌਰਾਨ ਇੰਨੀ ਵੱਡੀ ਮਾਤਰਾ ਦੇ ਵਿੱਚ ਕੋਕੇਨ ਸੀਜ਼ ਕਰਨ ਦਾ ਇਹ ਸਭ ਤੋਂ ਵੱਡਾ ਮਾਮਲਾ ਦੱਸਿਆ ਜਾ ਰਿਹਾ ਹੈ, ਜਿਸ ਦੀ ਕੀਮਤ ਹੁਣ ਤੱਕ ਦੱਸੀ ਗਈ ਹੈ ਕਿ ਮਾਰਕੀਟ ਦੇ ਵਿੱਚ ਕਰੀਬ 1980 ਲੱਖ ਡਾਲਰ ਹੋ ਸਕਦੀ ਹੈ। ਇਸ ਦੀ ਸ਼ੁਰੂਆਤ ਹੈ ਜੋ ਜਾਂਚ ਦੀ ਸਾਲ 2021 ਦੇ ਵਿੱਚ ਕੀਤੀ ਗਈ ਸੀ, ਜਿਸ ਦੇ ਵਿੱਚ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਇੰਟੈਲੀਜੈਂਸ ਵਿਭਾਗ ਨੂੰ ਜਾਣਕਾਰੀ ਮਿਲੀ ਸੀ ਕਿ ਸ਼ਿਪਮੈਂਟਸ ਦੇ ਵਿੱਚ ਕੁਝ ਇਸ ਤਰ੍ਹਾਂ ਕੋਕੇਨ ਭੇਜੀ ਜਾ ਰਹੀ ਹੈ। ਇਹ ਸਾਹਮਣੇ ਆਇਆ ਕਿ ਸੈਂਟਰਲ ਅਮਰੀਕਾ ਦੇ ਵਿੱਚੋਂ ਇਸ ਦੀ ਸ਼ੁਰੂਆਤ ਹੋ ਰਹੀ ਹੈ ਕਿ ਕੈਨੇਡਾ ਤੱਕ ਕੁਝ ਇਸ ਤਰ੍ਹਾਂ ਨਸ਼ਾ ਪਹੁੰਚਾਇਆ ਜਾ ਰਿਹਾ ਹੈ। ਦਸੰਬਰ 2021 ਨੂੰ ਇੱਕ ਅਜਿਹੀ ਹੀ ਸ਼ਿਪਮੈਂਟ ਨੂੰ ਟਰੈਕ ਕਰਨਾ ਸ਼ੁਰੂ ਕੀਤਾ ਗਿਆ ਜੋ ਕਿ ਨਿਊ ਬ੍ਰੰਸਵਿਕ ਦੇ ਵਿੱਚ ਆਪਣੀ ਮੰਜ਼ਿਲ ਦੇ ਉੱਤੇ ਪਹੁੰਚੀ ਸੈਂਟਰਲ ਅਮਰੀਕਾ ਤੋਂ, ਤਾਂ ਉੱਥੇ ਇਹ ਜਾਂਚ ਸ਼ੁਰੂ ਕੀਤੀ ਗਈ, ਜਿਸ ਦੇ ਵਿੱਚ ਦੱਸਿਆ ਗਿਆ ਕਿ ਗ੍ਰੇਟਰ ਟੋਰਾਂਟੋ ਏਰੀਆ ਤੋਂ ਇੱਕ ਵਿਅਕਤੀ ਪਾਇਆ ਗਿਆ ਜੋ ਕਿ ਇਸ ਸ਼ਿਪਮੈਂਟ ਨੂੰ ਇੱਥੇ ਲਿਆਉਂਦਾ ਸੀ। ਜਨਵਰੀ 27, 2022 ਨੂੰ ਅਧਿਕਾਰੀਆਂ ਨੇ ਬ੍ਰੈਂਟਫੋਰਡ ਓਨਟਾਰੀਓ ਦੇ ਵਿੱਚ ਇੱਕ ਘਰ ਦੀ ਜਾਂਚ ਕੀਤੀ ਜਿੱਥੇ ਕਿ 6 ਗ੍ਰਿਫਤਾਰੀਆਂ ਕੀਤੀਆਂ ਗਈਆਂ। ਉਹਨਾਂ ਦੇ ਵਿੱਚੋਂ 5 ਨੂੰ ਮੌਕੇ ਦੇ ਉੱਤੇ ਹੀ ਛੱਡ ਦਿੱਤਾ ਗਿਆ, ਜਿਨ੍ਹਾਂ ਦੇ ਉੱਤੇ ਕੋਈ ਵੀ ਮਾਮਲਾ ਦਰਜ ਨਹੀਂ ਹੋਇਆ ਤੇ ਇੱਕ ਜਣੇ ਦੇ ਉੱਤੇ ਮਾਮਲਾ ਦਰਜ ਹੋਇਆ ਜਨਵਰੀ 28, 2022 ਨੂੰ, ਜੋ ਕਿ ਓਨਟਾਰੀਓ ਦੇ ਵਿੱਚ ਬ੍ਰੈਂਟਫੋਰਡ ਦਾ ਹੀ ਰਹਿਣ ਵਾਲਾ ਹੈ। 34 ਸਾਲਾ ਕਾਈਲੀ ਅਲੈਗਜ਼ੈਂਡਰ ਪੁਰਵਿਸ, ਜਿਸ ਨੂੰ ਕਿ ਓਨਟਾਰੀਓ ਕੋਰਟ ਆਫ ਜਸਟਿਸ ਦੇ ਵਿੱਚ ਵੀ ਪੇਸ਼ ਕੀਤਾ ਗਿਆ, ਜਿਸ ਦੇ ਉੱਤੇ ਨਸ਼ਾ ਤਸਕਰੀ ਨਾਲ ਜੁੜੇ ਮਾਮਲੇ ਦਰਜ ਕੀਤੇ ਗਏ ਨੇ। 3 ਮਾਰਚ 2022 ਯਾਨੀ ਕਿ ਅੱਜ ਵੀ ਪੁਰਵਿਸ ਦੀ ਅਦਾਲਤ ਵਿੱਚ ਪੇਸ਼ੀ ਹੋਈ ਹੈ ਤੇ ਅੱਜ ਹੀ ਕੈਨੇਡਾ ਬਾਰਡਰ ਸਰਵਿਸ ਅਧਿਕਾਰੀਆਂ ਨੇ ਇਸ ਮਾਮਲੇ ਦੀ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ। ਕੈਨੇਡਾ ਭਰ ਵਿੱਚ ਮਾਰਚ ਮਹੀਨੇ ਨੂੰ ਫਰਾਡ ਅਵੇਅਰਨੈਸ ਮੰਥ ਵਜੋਂ ਮਨਾਇਆ ਜਾ ਰਿਹਾ ਹੈ ਕਿ ਲੋਕਾਂ ਨੂੰ ਸਾਵਧਾਨ ਕੀਤਾ ਜਾ ਸਕੇ ਕਿ ਕਿਸੇ ਵੀ ਫਰਾਡ ਦੇ ਸ਼ਿਕਾਰ ਨਾ ਹੋਣ। ਇਸ ਦੇ ਬਾਰੇ ਮੁੱਖ ਤੌਰ ਦੇ ਉੱਤੇ ਕਿਹੜੀਆਂ ਗੱਲਾਂ ਨੇ ਉਸ ਦੇ ਬਾਰੇ ਤੁਹਾਨੂੰ ਇਸ ਰਿਪੋਰਟ ਦੇ ਵਿੱਚ ਦੱਸਿਆ। ਮਾਰਚ ਮਹੀਨੇ ਨੂੰ ਕੈਨੇਡਾ ਭਰ ਵਿੱਚ ਫਰਾਡ ਪ੍ਰੀਵੈਂਸ਼ਨ ਮੰਥ ਵਜੋਂ ਮਨਾਇਆ ਜਾ ਰਿਹਾ ਹੈ ਕਿ ਫਰਾਡ ਤੋਂ ਬਚਾਉਣ ਦੇ ਵਾਸਤੇ ਜਾਗਰੂਕਤਾ ਫੈਲਾਈ ਜਾਂਦੀ ਹੈ। ਇਸ ਸੰਬੰਧੀ ਵੱਖੋ ਵੱਖਰੇ ਪੱਧਰ ਦੇ ਉੱਤੇ ਵੱਖੋ ਵੱਖਰੇ ਵਿਭਾਗਾਂ ਦੇ ਵਿੱਚ ਫਰਾਡ ਦੇ ਜੋ ਲੋਕਾਂ ਨੂੰ ਸ਼ਿਕਾਰ ਬਣਾਉਣ ਦੇ ਮਾਮਲੇ ਸਾਹਮਣੇ ਆਉਂਦੇ ਨੇ, ਉਸ ਤੋਂ ਉਹਨਾਂ ਨੂੰ ਪਹਿਲਾਂ ਤੋਂ ਸਾਵਧਾਨ ਰੱਖਣ ਦੇ ਵਾਸਤੇ ਜਾਣਕਾਰੀ ਦਿੱਤੀ ਜਾਂਦੀ ਹੈ, ਜਿਸ ਦੇ ਵਿੱਚ ਇਮੀਗ੍ਰੇਸ਼ਨ ਨਾਲ ਸੰਬੰਧਿਤ ਫਰਾਡ ਵੀ ਵੱਡੇ ਪੱਧਰ ਦੇ ਉੱਤੇ ਸ਼ਾਮਲ ਨੇ, ਜੋ ਕੈਨੇਡਾ ਵਿੱਚ ਸਾਹਮਣੇ ਆਉਂਦੇ ਨੇ ਕਿ ਇਸ ਦੇ ਨਾਲ ਨਾ ਸਿਰਫ ਕੈਨੇਡਾ ਵਿੱਚ ਰਹਿਣ ਵਾਲੇ ਸਗੋਂ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਜੋ ਵਿਅਕਤੀ ਨੇ ਉਹਨਾਂ ਨੂੰ ਵੀ ਫਰਾਡ ਦੇ ਸ਼ਿਕਾਰ ਬਣਾਇਆ ਜਾਂਦਾ ਹੈ, ਜਿਸ ਤੋਂ ਬਚਣ ਦੇ ਵਾਸਤੇ ਜੋ ਜਾਣਕਾਰੀ ਦਿੱਤੀ ਜਾਂਦੀ ਹੈ ਉਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਤੁਸੀਂ ਜਦੋਂ ਵੀ ਕਿਸ ਤੋਂ ਮਸ਼ਵਰਾ ਲੈਣਾ ਹੈ ਜਾਂ ਫਿਰ ਤੁਸੀਂ ਕਿਸੇ ਇਮੀਗ੍ਰੇਸ਼ਨ ਏਜੰਟ ਤੋਂ ਆਪਣੀ ਫਾਈਲ ਵੀ ਲਗਵਾ ਰਹੇ ਹੋ ਤਾਂ ਤੁਸੀਂ ਇਹ ਜ਼ਰੂਰ ਸਥਾਈ ਬਣਾਵੋ ਕਿ ਉਹ ਲੀਗਲ ਤੌਰ ਦੇ ਉੱਤੇ ਯਾਨੀ ਕਿ ਕਾਨੂੰਨੀ ਰੂਪ ਦੇ ਵਿੱਚ ਸਾਰਥਕ ਹੋਵੇ ਕਿ ਉਹ ਸਲਾਹ ਦੇ ਸਕਦਾ ਹੈ ਜਾਂ ਨਹੀਂ। ਤਾਂ ਕੁਝ ਇਸੇ ਤਰ੍ਹਾਂ ਜਿਹੜੇ ਕੈਨੇਡਾ ਦੇ ਵਿੱਚ ਨਵੇਂ ਆਉਂਦੇ ਨੇ ਉਹਨਾਂ ਦੇ ਵਿੱਚ ਵੀ ਫਰਾਡ ਦੇ ਸ਼ਿਕਾਰ ਬਣਾਉਣ ਦੇ ਮਾਮਲੇ ਕਾਫੀ ਸਾਹਮਣੇ ਆਉਂਦੇ ਨੇ ਤੇ ਇਸ ਦੇ ਨਾਲ ਹੀ ਜੋ ਬਜ਼ੁਰਗ ਨੇ ਉਹਨਾਂ ਨੂੰ ਵੀ ਫਰਾਡ ਦੇ ਸ਼ਿਕਾਰ ਬਣਾਉਣ ਦੇ ਲਈ ਵੱਖੋ ਵੱਖਰੇ ਤਰੀਕੇ ਅਪਣਾਏ ਜਾਂਦੇ ਨੇ, ਜਿਸ ਦੇ ਵਿੱਚ ਮੁੱਖ ਤੌਰ ਤੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਕਿ ਜੇਕਰ ਬਜ਼ੁਰਗ ਘਰ ਦੇ ਵਿੱਚ ਇਕੱਲਾ ਹੈ ਤਾਂ ਉਸ ਨੂੰ ਪਹਿਲਾਂ ਤੋਂ ਸਮਝਾ ਕੇ ਰੱਖੋ ਕਿ ਜੇ ਕੋਈ ਅਣਜਾਣ ਵਿਅਕਤੀ ਘਰ ਦੇ ਬਾਹਰ ਆਉਂਦਾ ਹੈ ਤਾਂ ਉਸ ਨੂੰ ਦਰਵਾਜ਼ਾ ਨਾ ਖੋਲ੍ਹਿਆ ਜਾਵੇ ਜਾਂ ਫਿਰ ਉਸ ਨੂੰ ਅੰਦਰ ਆਉਣ ਦੇ ਲਈ ਨਾ ਕਿਹਾ ਜਾਵੇ। ਕਾਫੀ ਜ਼ਿਆਦਾ ਸਾਵਧਾਨ ਰਹਿਣ ਦੇ ਵਾਸਤੇ ਕਿਹਾ ਜਾਂਦਾ ਹੈ। ਖਾਸ ਤੌਰ ਦੇ ਉੱਤੇ ਆਪਣਾ ਸਿਨ ਨੰਬਰ ਜਾਂ ਫਿਰ ਕ੍ਰੈਡਿਟ ਕਾਰਡ ਦੀ ਕੋਈ ਵੀ ਜਾਣਕਾਰੀ ਕਿਸੇ ਦੇ ਨਾਲ ਵੀ ਸਾਂਝੀ ਨਾ ਕੀਤੀ ਜਾਵੇ। ਫਿਰ ਬੇਸ਼ੱਕ ਕੋਈ ਟੈਕਸਟ ਮੈਸੇਜ ਆਉਂਦਾ ਹੈ, ਫੋਨ ਆਉਂਦਾ ਹੈ, ਈਮੇਲ ਆਉਂਦੀ ਹੈ ਜਿਸ ਦੇ ਵਿੱਚ ਕੋਈ ਧਮਕੀ ਵੀ ਦੇ ਰਿਹਾ ਹੈ, ਜੇਕਰ ਖੁਦ ਨੂੰ ਬਾਰਡਰ ਦਾ ਅਧਿਕਾਰੀ ਦੱਸਦੇ ਹੋਏ ਜਾਂ ਫਿਰ ਸਰਵਿਸ ਕੈਨੇਡਾ ਤੋਂ ਖੁਦ ਨੂੰ ਦੱਸਦੇ ਹੋਏ ਕਿ ਤੁਹਾਡੇ ਨਾਲ ਕੋਈ ਫਰਾਡ ਹੋਇਆ ਜਿਸ ਕਰਕੇ ਤੁਹਾਨੂੰ ਤੁਰੰਤ ਸਿਨ ਨੰਬਰ ਬਦਲਣ ਦੀ ਲੋੜ ਪਵੇਗੀ ਜਾਂ ਫਿਰ ਬੈਂਕ ਦੀ ਜਾਣਕਾਰੀ ਮੰਗੀ ਜਾਂਦੀ ਹੈ ਤਾਂ ਉਹਨਾਂ ਦੇ ਉੱਤੇ ਯਕੀਨ ਨਾ ਕੀਤਾ ਜਾਵੇ, ਕਿਉਂਕਿ ਕੋਈ ਵੀ ਅਧਿਕਾਰੀ ਤੁਹਾਨੂੰ ਫੋਨ ਕਰਕੇ ਤੁਹਾਡੀ ਨਿੱਜੀ ਜਾਣਕਾਰੀ ਨਹੀਂ ਮੰਗੇਗਾ। ਤਾਂ ਉਧਰ ਕੈਲਗਰੀ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ
ਇੱਕ ਕਾਮਾ ਜੋ ਆਪਣੇ ਕੰਮ ਦੇ ਉੱਤੇ ਸੀ, ਉਸ ਦੇ ਨਾਲ ਹਾਦਸਾ ਵਾਪਰਿਆ ਤੇ ਉਸ ਤੋਂ ਬਾਅਦ ਉਸ ਦੀ ਜਾਨ ਚਲੀ ਗਈ। ਦੱਖਣ ਪੂਰਬੀ ਕੈਲਗਰੀ ਵਿੱਚ ਇੱਕ ਵਪਾਰ ਦੇ ਉੱਤੇ ਭਿਆਨਕ ਹਾਦਸਾ ਵਾਪਰਿਆ, ਜਿਸ ਦੇ ਵਿੱਚ ਇੱਕ ਕਾਮੇ ਦੀ ਜਾਨ ਚਲੀ ਗਈ ਹੈ। ਵੀਰਵਾਰ ਨੂੰ ਇਹ ਵਾਪਰਿਆ, ਜਿੱਥੇ ਕਿ ਕਾਮਾ ਜੋ ਕਿ 4400 ਬਲਾਕ ਤੇ 54 ਐਵੇਨਿਊ ਸਾਊਥ ਈਸਟ ਦੇ ਉੱਤੇ ਇੱਕ ਵਪਾਰ ਦੇ ਉੱਤੇ ਕੰਮ ਕਰ ਰਿਹਾ ਸੀ, ਜੋ ਕਿ ਕਾਫੀ ਭਾਰੀ ਮਸ਼ੀਨ ਚਲਾ ਰਿਹਾ ਸੀ। ਇਸ ਦੇ ਬਾਰੇ ਵੀ ਪੁਸ਼ਟੀ ਕੀਤੀ ਗਈ ਹੈ। ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਕਿ ਕੋਈ ਉੱਡਦੀ ਹੋਈ ਚੀਜ਼ ਆ ਕੇ ਉਸ ਦੇ ਨਾਲ ਆ ਕੇ ਵੱਜੀ। ਆਕੂਪੇਸ਼ਨਲ ਹੈਲਥ ਤੇ ਸੇਫਟੀ ਅਫੀਸ਼ੀਅਲਸ ਨੇ ਇਸ ਦੇ ਬਾਰੇ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ। EMS ਨੇ ਕਿਹਾ ਕਿ ਪੈਰਾਮੈਡਿਕਸ ਮੌਕੇ ਦੇ ਉੱਤੇ ਪਹੁੰਚੇ। ਵੈਸਟ ਪਾਵਰ ਦੇ ਉੱਤੇ 12:40 ਦਾ ਦੁਪਹਿਰ ਨੂੰ ਸਮਾਂ ਸੀ, ਜਿੱਥੇ ਕਿ ਪੀੜਤ, ਜਿਸ ਦੀ ਉਮਰ 60 ਸਾਲ ਦੇ ਨੇੜੇ ਸੀ, ਜੋ ਕਿ ਭਾਰੀ ਮਸ਼ੀਨਰੀ ਦੀ ਵਰਤੋਂ ਕਰ ਰਿਹਾ ਸੀ, ਜਦੋਂ ਇਹ ਘਟਨਾ ਵਾਪਰੀ ਉਸਨੇ ਮੌਕੇ ਦੇ ਉੱਤੇ ਹੀ ਦਮ ਤੋੜ ਦਿੱਤਾ, ਕਿਉਂਕਿ ਇਹ ਹਾਦਸਾ ਕਾਫੀ ਭਿਆਨਕ ਵਾਪਰਿਆ। ਇਸ ਵਿੱਚ ਕੋਈ ਹੋਰ ਜ਼ਖਮੀ ਤਾਂ ਨਹੀਂ ਹੋਇਆ, ਪਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੈਲਗਰੀ ਪੁਲਿਸ ਵੀ ਨਾਲ ਜਾਂਚ ਕਰ ਰਹੀ ਹੈ। ਇਸ ਦੇ ਬਾਰੇ ਹੋਰ ਜ਼ਿਆਦਾ ਵਿਸਥਾਰ ਦੇ ਵਿੱਚ ਜਾਣਕਾਰੀ ਹਜੇ ਸਾਂਝੀ ਕੀਤੀ ਜਾਣੀ ਹੈ ਤੇ ਮ੍ਰਿਤਕ ਦੀ ਪਛਾਣ ਨੂੰ ਵੀ ਹਜੇ ਜਨਤਕ ਨਹੀਂ ਕੀਤਾ ਗਿਆ। ਅੱਗੇ ਜਾਣਕਾਰੀ ਹੈ ਕਾਸਕੋ ਮੈਂਬਰਸ ਦੇ ਵਾਸਤੇ। ਜੋ ਰੀਟੇਲ ਸਟੋਰ ਹੈ ਉਸ ਦੇ ਵਿੱਚ ਜੋ ਕਾਸਕੋ ਨੇ ਹੁਣ CIBC ਦੇ ਨਾਲ ਕੰਮ ਸ਼ੁਰੂ ਕਰਨਾ ਹੈ, ਤਾਂ ਇਸੇ ਨੂੰ ਲੈ ਕੇ ਕੀ ਨਵੇਂ ਆਫਰ ਹੋਣਗੇ ਤੇ ਕੀ ਬਦਲਾਅ ਹੋ ਰਹੇ ਨੇ। ਜਿਨ੍ਹਾਂ ਦੇ ਕੋਲ ਮਾਸਟਰ ਕਾਰਡ ਹੈ ਕਾਸਕੋ ਦਾ, ਉਸ ਦੇ ਬਾਰੇ ਹੁਣ ਤੁਹਾਨੂੰ ਇਸ ਰਿਪੋਰਟ ਦੇ ਵਿੱਚ ਪੂਰੀ ਜਾਣਕਾਰੀ ਦੱਸਾਂਗੇ। ਜੇਕਰ ਤੁਹਾਡੇ ਕੋਲ ਕਾਸਕੋ ਮਾਸਟਰ ਕਾਰਡ ਹੈ ਕੈਪੀਟਲ 1 ਦੇ ਨਾਲ, ਤਾਂ ਇਸ ਦੇ ਵਿੱਚ ਵੱਡੀ ਤਬਦੀਲੀ ਹੋਣ ਜਾ ਰਹੀ ਹੈ, ਜੋ ਕਿ ਹੁਣ ਕਾਸਕੋ CIBC ਦੇ ਨਾਲ ਕੰਮ ਕਰੇਗਾ। ਯਾਨੀ ਕਿ ਜੋ ਮਾਸਟਰ ਕਾਰਡ ਹੈ ਉਹ ਹੁਣ CIBC ਦਾ ਹੋਵੇਗਾ। ਕੈਨੇਡੀਅਨ ਇੰਪੀਰੀਅਲ ਬੈਂਕ ਆਫ ਕਮਰਸ, ਜੋ ਕਿ ਕੈਨੇਡਾ ਦੇ ਸਭ ਤੋਂ ਵੱਡੇ ਬੈਂਕਾਂ ਦੇ ਵਿੱਚੋਂ ਇੱਕ ਹੈ, ਜਿਵੇਂ ਕਿ ਕਾਸਕੋ ਕੈਨੇਡਾ ਦੇ ਸਭ ਤੋਂ ਵੱਡੇ ਰੀਟੇਲਰਸ ਦੇ ਵਿੱਚੋਂ ਇੱਕ ਹੈ, ਤਾਂ ਕਾਸਕੋ ਦੇ ਨਾਲ ਕੈਨੇਡਾ ਭਰ ਵਿੱਚ 10 ਮਿਲੀਅਨ ਦੇ ਕਰੀਬ ਮੈਂਬਰ ਜੁੜੇ ਹੋਏ ਨੇ ਤੇ ਸਾਲਾਨਾ ਵਿਕਰੀ ਕਾਸਕੋ ਦੀ $25 ਬਿਲੀਅਨ ਤੱਕ ਦੀ ਹੁੰਦੀ ਹੈ। ਤੇ ਜਿਵੇਂ ਹੁਣ CIBC ਦੇ ਨਾਲ ਇਹਨਾਂ ਦੇ ਵੱਲੋਂ ਕੰਮ ਕੀਤਾ ਜਾਵੇਗਾ, ਤਾਂ ਉਸ ਦੇ ਵਿੱਚ ਇਹ ਦੱਸਿਆ ਗਿਆ ਕਿ ਜਿੰਨੇ ਵੀ ਮੈਂਬਰ ਨੇ ਪਹਿਲਾਂ ਤੋਂ, ਜੇਕਰ ਉਹ ਖੁਦ ਅਪਲਾਈ ਨਹੀਂ ਕਰ ਰਹੇ ਤਾਂ ਉਹਨਾਂ ਨੂੰ ਮੇਲ ਦੇ ਵਿੱਚ, ਯਾਨੀ ਕਿ ਚਿੱਠੀ ਦੇ ਰਾਹੀਂ ਹੁਣ ਤੋਂ ਲੈ ਕੇ ਅਗਸਤ 31 ਦੇ ਸਮੇਂ ਦੇ ਦਰਮਿਆਨ ਕਾਰਡ ਆ ਜਾਵੇਗਾ, ਜੋ ਕਿ ਕਾਸਕੋ ਦਾ ਮਾਸਟਰ ਕਾਰਡ CIBC ਦੇ ਨਾਲ ਹੋਵੇਗਾ। ਇਸ ਤਰ੍ਹਾਂ ਜਿਵੇਂ ਕਿ CIBC ਦੇ ਵੱਲੋਂ ਇਹ ਕਾਰਡ ਹੋਵੇਗਾ, ਹੁਣ ਉਸ ਦੇ ਵਿੱਚ ਕਈ ਨਵੇਂ ਆਫਰ ਵੀ ਦਿੱਤੇ ਜਾ ਰਹੇ ਨੇ ਤੇ ਛੋਟ ਵੀ ਦਿੱਤੀ ਜਾ ਰਹੀ ਹੈ, ਜਿਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਸ ਦੇ ਵਿੱਚ ਇਹ ਦੱਸਿਆ ਗਿਆ ਕਿ ਕੈਸ਼ਬੈਕ ਹੋਰ ਜ਼ਿਆਦਾ ਹੋਵੇਗਾ ਜੇਕਰ costco.ca ਦੇ ਉੱਤੇ ਖਰੀਦਦਾਰੀ ਕੀਤੀ ਜਾਂਦੀ ਹੈ, ਜਾਂ ਫਿਰ ਕਾਸਕੋ ਦੇ ਗੈਸ ਸਟੇਸ਼ਨਸ ਨੇ ਜੋ ਉੱਥੇ ਵੀ ਜੇਕਰ ਖਰੀਦਦਾਰੀ ਕੀਤੀ ਜਾਂਦੀ ਹੈ, ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ 2% ਤੱਕ ਕੈਸ਼ਬੈਕ ਹੋਵੇਗਾ ਜੇਕਰ costco.ca ਦੇ ਉੱਤੇ $8,000 ਤੱਕ ਦੀ ਖਰੀਦਦਾਰੀ ਕੀਤੀ ਜਾਂਦੀ ਹੈ, ਤੇ ਜੇਕਰ ਇਸ ਤੋਂ ਉੱਪਰ ਦੀ ਕੀਤੀ ਜਾਂਦੀ ਹੈ ਤਾਂ 1% ਤੱਕ ਕੈਸ਼ਬੈਕ ਹੋਵੇਗਾ। ਇਸ ਦੇ ਨਾਲ ਹੀ 3% ਤੱਕ ਕਾਸਕੋ ਗੈਸ ਤੇ 2% ਤੱਕ ਨੌਨ ਕਾਸਕੋ ਗੈਸ ਸਟੇਸ਼ਨਸ ਨੇ ਜੋ ਉੱਥੇ ਕੈਸ਼ਬੈਕ ਮਿਲੇਗਾ। ਤੇ ਇਸ ਦੇ ਨਾਲ ਹੀ ਜੋ ਇਹ ਕੈਸ਼ਬੈਕ ਹੈ ਉਹ 3 ਤੇ 2% ਤੱਕ 5,000 ਤੱਕ ਦੀ ਗੈਸ ਦੀ ਖਰੀਦਦਾਰੀ ਦੇ ਉੱਤੇ, ਤੇ ਇਸ ਤੋਂ ਬਾਅਦ ਜਿਹੜੀ ਖਰੀਦਦਾਰੀ ਹੋਵੇਗੀ ਉਸ ਦੇ ਉੱਤੇ 1% ਤੱਕ ਕੈਸ਼ਬੈਕ ਹੋਵੇਗਾ। ਇਸ ਦੇ ਨਾਲ ਹੀ ਜਿਹੜੀ ਵੀ ਖਰੀਦਦਾਰੀ ਕੀਤੀ ਜਾਵੇਗੀ ਮਾਸਟਰ ਕਾਰਡ ਤੋਂ ਕਾਸਕੋ ਦੇ ਵੇਅਰ ਹਾਊਸ ਦੇ ਵਿੱਚੋਂ ਵੀ, ਤਾਂ ਉਸ ਦੇ ਉੱਤੇ ਹਰ ਵਾਰ 1% ਤੱਕ ਕੈਸ਼ਬੈਕ ਹਰ ਖਰੀਦਦਾਰੀ ਦੇ ਉੱਤੇ ਜ਼ਰੂਰ ਮਿਲੇਗਾ। ਇਸ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਮੋਬਾਈਲ ਡਿਵਾਈਸ ਇੰਸ਼ੋਰੈਂਸ ਕਵਰੇਜ ਤੇ ਨਾਲ ਹੀ ਹੋਰ ਇੰਸ਼ੋਰੈਂਸ ਪ੍ਰੋਟੈਕਸ਼ਨ ਵੀ ਮੌਜੂਦ ਹੈ, ਜੋ ਕਿ CIBC ਦੇ ਕ੍ਰੈਡਿਟ ਕਾਰਡ ਦੇ ਨਾਲ ਜੁੜੀ ਹੋਈ ਹੈ, ਉਹ ਵੀ ਲਈ ਜਾ ਸਕਦੀ ਹੈ, ਜਿਸ ਦੇ ਵਿੱਚ CIBC ਕਾਸਕੋ ਮਾਸਟਰ ਕਾਰਡ ਵੀ ਸ਼ਾਮਲ ਹੈ। ਇਸ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜੋ ਫਲੈਕਸੀਬਲ ਪੇਮੈਂਟ ਪਲਾਨ ਹੋਣਗੇ, ਯਾਨੀ ਕਿ ਇੱਕ ਵਾਰ ਜਦੋਂ ਖਰੀਦਦਾਰੀ ਕਰ ਲਈ ਗਈ ਹੈ ਤਾਂ ਕਿਸ਼ਤਾਂ ਦੇ ਵਿੱਚ ਵੀ ਅੱਗੇ ਜਾ ਕੇ ਪੈਸੇ ਦਿੱਤੇ ਜਾ ਸਕਦੇ ਨੇ, ਤੇ ਜਿਹੜੀਆਂ ਉਹ ਕਿਸ਼ਤਾਂ ਹੋਣਗੀਆਂ ਉਸ ਦੇ ਉੱਤੇ ਫੀਸ ਵੀ ਨਹੀਂ ਹੋਵੇਗੀ, ਕਿ ਵਿਆਜ ਵੀ ਨਹੀਂ ਪਵੇਗਾ। ਕੁਝ ਅਜਿਹੇ ਆਫਰ ਵੀ ਦਿੱਤੇ ਜਾ ਰਹੇ ਨੇ ਜੋ ਸੀਮਤ ਵੀ ਹੋ ਸਕਦੇ ਨੇ। ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਜਿਹੜੇ ਵੀ CIBC ਕਾਸਕੋ ਮਾਸਟਰ ਕਾਰਡ ਹੋਲਡਰਸ ਹੋਣਗੇ ਉਹਨਾਂ ਨੂੰ 3% ਤੱਕ ਕੈਸ਼ਬੈਕ ਰੈਸਟੋਰੈਂਟਸ ਦੇ ਉੱਤੇ ਮਿਲਣਾ ਵੀ ਜਾਰੀ ਰਹੇਗਾ, ਤੇ ਇਸ ਦੇ ਨਾਲ ਹੀ ਕੋਈ ਵੀ ਸਾਲਾਨਾ ਫੀਸ ਇਸ ਕਾਰਡ ਦੇ ਉੱਤੇ ਨਹੀਂ ਹੋਵੇਗੀ, ਇਹ ਵੀ ਦੱਸੀ ਗਈ ਹੈ। ਕੈਨੇਡਾ ਵਿੱਚ ਛੋਟੇ ਵਪਾਰਾਂ ਦੇ ਵਾਸਤੇ ਇੱਕ ਨਵਾਂ ਐਲਾਨ ਕੀਤਾ ਗਿਆ ਹੈ। ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦੇ ਬਾਰੇ ਐਲਾਨ ਕੀਤਾ, ਜਿਸ ਦੇ ਵਿੱਚ ਇੱਕ ਵੱਡਾ ਨਿਵੇਸ਼ ਕੀਤਾ ਜਾ ਰਿਹਾ ਹੈ ਤਾਂ ਕਿ ਛੋਟੇ ਵਪਾਰਾਂ ਨੂੰ ਮਦਦ ਦਿੱਤੀ ਜਾ ਸਕੇ ਕਿ ਉਹ ਆਪਣੇ ਵਪਾਰ ਨੂੰ ਆਨਲਾਈਨ ਪ੍ਰਫੁੱਲਤ ਕਰ ਸਕਣ। ਇਸ ਦੇ ਬਾਰੇ ਜੋ ਐਲਾਨ ਹੋਇਆ ਤੇ ਇਸ ਦੇ ਨਾਲ ਹੀ ਇਹ ਪ੍ਰੋਗਰਾਮ ਖੋਲ ਵੀ ਦਿੱਤਾ ਗਿਆ, ਇਸ ਦੇ ਵਾਸਤੇ ਅਪਲਾਈ ਕੀਤਾ ਜਾ ਸਕਦਾ। ਤੁਹਾਨੂੰ ਦੱਸਦੇ ਹਾਂ ਇਸ ਦੇ ਬਾਰੇ ਪੂਰੀ ਜਾਣਕਾਰੀ। ਕੈਨੇਡਾ ਵਿੱਚ ਜੋ ਵਪਾਰ ਨੇ ਉਹ ਆਨਲਾਈਨ ਜ਼ਿਆਦਾ ਅੱਗੇ ਵੱਧ ਸਕਣ ਤੇ ਇਸ ਦੇ ਉੱਤੇ ਕੰਮ ਕੀਤੇ ਜਾਣ ਦੇ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਇੱਕ ਪ੍ਰੋਗਰਾਮ ਲਾਂਚ ਕਰਨ ਦਾ ਐਲਾਨ ਕੀਤਾ ਹੈ। ਕੈਨੇਡਾ ਡਿਜੀਟਲ ਅਡਾਪਸ਼ਨ ਪ੍ਰੋਗਰਾਮ ਹੈ ਇਹ, ਜਿਸ ਦੇ ਵਿੱਚ $4 ਬਿਲੀਅਨ ਤੱਕ ਦਾ ਨਿਵੇਸ਼ ਕੀਤਾ ਜਾਵੇਗਾ ਤਾਂ ਕਿ ਜੋ ਛੋਟੇ ਵਪਾਰ ਨੇ ਉਹਨਾਂ ਦੀ ਮਦਦ ਕੀਤੀ ਜਾ ਸਕੇ ਕਿ ਉਹ
ਆਨਲਾਈਨ ਆਪਣੇ ਆਪ ਨੂੰ ਅੱਗੇ ਹੋਰ ਵਧਾ ਸਕਣ। ਜੋ ਛੋਟੇ ਵਪਾਰ ਨੇ ਉਹਨਾਂ ਨੂੰ $2400 ਤੱਕ ਦੀ ਗ੍ਰਾਂਟ ਮਿਲੇਗੀ ਤਾਂ ਕਿ ਉਹ ਈ-ਕਮਰਸ ਪਲੇਟਫਾਰਮ ਬਣਾ ਸਕਣ, ਯਾਨੀ ਕਿ ਉਹ ਆਪਣੀ ਵੈਬਸਾਈਟ ਬਣਾ ਸਕਦੇ ਨੇ ਜਾਂ ਫਿਰ ਜੋ ਇਸ ਗ੍ਰਾਂਟ ਦੇ ਰਾਹੀਂ, ਇਸ ਮਦਦ ਦੇ ਰਾਹੀਂ ਉਹ ਆਨਲਾਈਨ ਆਪਣੇ ਆਪ ਨੂੰ ਹੋਰ ਅੱਗੇ ਵਧਾਉਣ ਦੇ ਵਾਸਤੇ ਹੋਰ ਕਦਮ ਚੁੱਕ ਸਕਦੇ ਨੇ। ਜਿਸ ਦੇ ਵਿੱਚ ਇਹ ਵੀ ਹੈ ਕਿ ਵੱਖੋ ਵੱਖਰੇ ਵਪਾਰ ਦੇ ਉੱਤੇ ਨਿਰਭਰ ਕਰੇਗਾ ਤੇ ਜੋ ਪ੍ਰੋਗਰਾਮ ਨੇ ਉਹਨਾਂ ਦੇ ਆਧਾਰ ਦੇ ਉੱਤੇ ਕਿ ਕਿੰਨੀ ਗ੍ਰਾਂਟ ਕਿਹੜੇ ਵਪਾਰ ਨੂੰ ਮਿਲਣੀ ਹੈ ਤੇ ਲੋਨ ਕਿੰਨਾ ਦਿੱਤਾ ਜਾ ਸਕਦਾ ਹੈ, ਜਿਸ ਦੇ ਬਾਰੇ ਅੱਜ ਇਹ ਐਲਾਨ ਕੀਤਾ ਗਿਆ। That's why I'm so happy to be here with you all at Bayview Yards with great news for small businesses. Today, we're joined virtually by Sheena from Nova Scotia, who co-founded her own business called Made with Local. Made with Local is a snack foods company that partners with social enterprises to employ and train Canadians with barriers, the mainstream workforce. Like for many small businesses, the past 2 years hasn't been easy. But despite the challenges, Sheena adapted and made the pivot to digital. Now, with a greater online presence, her company is stronger than ever. Other businesses use technology to grow and expand. That's why we're launching the Canada Digital Adoption Program. This is a $4 billion investment that will accelerate the digital transformation of SMEs through grants and loans that meet their needs. For example, if you're looking to grow your business online, you could get a grant that will help with the costs of an e-commerce platform. If your business requires more advanced technologies, you could get a grant to develop a digital adoption plan. And if you need support to implement your digital transformation, you can also apply for a 0% interest loan up to $100,000 from the BDC. Applications for both loans and grants are now open so that they can reach their full potential. It's also about building a strong recovery that brings our entrepreneurs and growing companies along. Small businesses are at the heart of our communities, and when they do well, everybody wins. ਇਸ ਦੇ ਨਾਲ ਹੀ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।